ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਗੁਰਮੀਤ। 26 ਮਈ ਸਾਲ 2014 ਨੂੰ ਨਰਿੰਦਰ ਮੋਦੀ ਦੀ ਸਰਕਾਰ ਨੇ ਸਹੁੰ ਚੁੱਕੀ ਸੀ। ਹੁਣ ਇਸ ਸਰਕਾਰ ਨੂੰ 2 ਸਾਲ ਪੂਰੇ ਹੋ ਚੁੱਕੇ ਨੇ। 2 ਸਾਲ ਪੂਰੇ ਹੋਏ ਨੇ ਤੇ ਜਵਾਬਦੇਹੀ ਬਣਦੀ ਹੈ ਕਿ ਆਖਿਰ 2 ਸਾਲਾਂ ਦੇ ਵਿੱਚ ਸਰਕਾਰ ਨੇ ਕੀ ਅਚੀਵਮੈਂਟਸ ਹਾਸਲ ਕੀਤੀਆਂ, ਕੀ ਉਪਲਬਧੀਆਂ ਹਾਸਲ ਕੀਤੀਆਂ। ਇਸ ਕਰਕੇ ਨਰਿੰਦਰ ਮੋਦੀ ਸਰਕਾਰ ਨੇ ਕੀਤਾ ਹੈ ਤਿਆਰ ਇੱਕ ਫੁੱਲ ਫਲੈਜਡ ਪਲਾਨ। ਇਸ ਫੁੱਲ ਫਲੈਜਡ ਪਲਾਨ ਦੇ ਵਿੱਚ ਲੋਕਾਂ ਨੂੰ ਇਹ ਦੱਸਿਆ ਜਾਏਗਾ ਕਿ ਆਖਿਰ ਸਰਕਾਰ ਦੀਆਂ ਕੀ ਅਚੀਵਮੈਂਟਸ ਨੇ। ਹੁਣ 2 ਸਾਲ ਪੂਰੇ ਹੋਣ ਤੇ ਸਰਕਾਰ ਦੇ ਕੀ ਕੁਝ ਪੋਜ਼ਿਟਿਵ ਪੁਆਇੰਟਸ ਰਹੇ, ਕੀ ਕੁਝ ਨੈਗੇਟਿਵ ਪੁਆਇੰਟਸ ਰਹੇ, ਇਹ ਅਸੀਂ ਤੁਹਾਨੂੰ ਦੱਸਾਂਗੇ ਅਗਲੇ ਅੱਧੇ ਘੰਟੇ ਦੇ ਵਿੱਚ ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਪਰ ਨਾਲ ਹੀ ਇੱਕ ਥੀਮ ਸੌਂਗ ਸਰਕਾਰ ਦੇ ਵੱਲੋਂ ਲਾਂਚ ਕੀਤਾ ਗਿਆ ਹੈ। 2 ਮਿੰਟ 49 ਸੈਕਿੰਡ ਦਾ ਇਹ ਥੀਮ ਸੌਂਗ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਤਾਂ ਕੁਝ ਹੀ ਮਿੰਟਾਂ ਦੇ ਵਿੱਚ ਲੱਖਾਂ ਲੋਕਾਂ ਨੇ ਇਸ ਨੂੰ ਲਾਈਕ ਕਰ ਦਿੱਤਾ। ਇਹ ਥੀਮ ਸੌਂਗ ਹੈ ਮੇਰਾ ਦੇਸ਼ ਬਦਲ ਰਹਾ ਹੈ, ਆਗੇ बढ़ रहा है। देखो आसमां में खिलकर सूरज निकल रहा है, देखो आसमां में खिलकर सूरज निकल रहा है। देश का परचम अब ऊंचा उड़ रहा है, बरसों का अंधेरा रोशन हो रहा है। गरीब की रसोई से धुआं हट रहा है। मेरा देश मेरा देश मेरा देश, मेरा देश बदल रहा है, आगे बढ़ रहा है। मेरा देश बदल रहा है, आगे बढ़ रहा है। बेटियों को पढ़ाकर परिवार बन रहा है, गरीब को बिना सहारा कारोबार वो कर रहा है। किसान की फसल को बीमा कवर मिल रहा है। मेरा देश मेरा देश मेरा देश, मेरा देश बदल रहा है, आगे बढ़ रहा है। ਲੋਕ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਨੇ 3-4 ਮੁੱਦੇ ਚੁੱਕੇ ਸਨ ਜਿਸ ਨੂੰ ਲੈ ਕੇ ਕਾਂਗਰਸ ਦੀ ਯੂਪੀਏ ਸਰਕਾਰ ਤੇ ਸਵਾਲ ਖੜੇ ਕੀਤੇ ਗਏ ਸਨ। ਸਭ ਤੋਂ ਪਹਿਲਾ ਮੁੱਦਾ ਸੀ ਭ੍ਰਸ਼ਟਾਚਾਰ, ਦੂਜਾ ਮੁੱਦਾ ਸੀ ਟਰਾਂਸਪੇਰੈਂਸੀ, ਤੀਜਾ ਮੁੱਦਾ ਸੀ ਗਵਰਨੈਂਸ ਅਤੇ ਇਸ ਦੇ ਨਾਲ ਹੀ 3-4 ਹੋਰ ਮੁੱਦੇ ਜੋੜ ਦਿੱਤੇ ਗਏ ਜਿਸ ਨੂੰ ਲੈ ਕੇ ਜਨਤਾ ਨੇ ਵੀ ਬੀਜੇਪੀ ਤੇ ਆਪਣਾ ਭਰੋਸਾ ਜਤਾਇਆ ਤੇ ਲੋਕ ਸਭਾ ਚੋਣਾਂ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਬੀਜੇਪੀ ਦੀ ਭਾਰੀ ਜਿੱਤ ਹੋਈ। ਬੀਜੇਪੀ ਆਪਣੇ ਹੀ ਦਮ ਤੇ ਇੰਨੀਆਂ ਸੀਟਾਂ ਹਾਸਲ ਕਰ ਚੁੱਕੀ ਸੀ ਕਿ ਬੀਜੇਪੀ ਖੁਦ ਹੀ ਸਰਕਾਰ ਬਣਾ ਸਕਦੀ ਸੀ। ਇਹ ਬੀਜੇਪੀ ਦੀ ਇਤਿਹਾਸਿਕ ਜਿੱਤ ਸੀ। ਐਨਡੀਏ ਨੂੰ ਕੁੱਲ ਮਿਲਾ ਕੇ 336 ਸੀਟਾਂ ਹਾਸਲ ਹੋਈਆਂ। ਇੱਕ ਥੰਪਿੰਗ ਮੈਜੋਰਿਟੀ ਦੇ ਨਾਲ ਇਹ ਸਰਕਾਰ ਸੱਤਾ ਦੇ ਵਿੱਚ ਆਈ। 26 ਮਈ 2014 ਨੂੰ ਨਰਿੰਦਰ ਮੋਦੀ ਦੀ ਸਰਕਾਰ ਨੇ ਸਹੁੰ ਚੁੱਕੀ ਅਤੇ ਜਿਸ ਸਮੇਂ ਸਰਕਾਰ ਨੇ ਗ੍ਰੈਂਡ ਸੈਰੇਮਨੀ ਦੇ ਦੌਰਾਨ ਸਹੁੰ ਚੁੱਕੀ ਉਸ ਸਮੇਂ ਇਹ ਉਮੀਦ ਕੀਤੀ ਗਈ ਕਿ ਹੁਣ 6 ਮਹੀਨੇ, ਸਾਲ, 3 ਮਹੀਨੇ ਜਾਂ ਕੁਝ ਇੱਕ ਅਜਿਹਾ ਸ਼ਾਰਟ ਪੀਰੀਅਡ ਹੋਵੇਗਾ ਜਿਸ ਦੇ ਵਿੱਚ ਸਰਕਾਰ ਦੇ ਵੱਲੋਂ ਕੁਝ ਜ਼ਰੂਰ ਜਨਤਾ ਨੂੰ ਦਿੱਤਾ ਜਾਏਗਾ, ਇੱਕ ਵੱਡਾ ਰਿਲੀਫ ਦਿੱਤਾ ਜਾਏਗਾ। ਪਰ ਉਹ ਰਿਲੀਫ ਇਨੀਸ਼ੀਅਲੀ ਨਜ਼ਰ ਨਹੀਂ ਆਇਆ। ਗੱਲ ਕਰਦੇ ਹਾਂ 24 ਮਹੀਨਿਆਂ ਦੇ ਵਿੱਚ ਉਹਨਾਂ ਮੌਕਿਆਂ ਦੀ ਜਿਸ ਨੇ ਦੇਸ਼ ਦਾ ਸਿਰ ਮਾਨ ਦੇ ਨਾਲ ਉੱਚਾ ਕਰ ਦਿੱਤਾ। ਸ਼ੁਰੂਆਤ ਸਹੁੰ ਚੁੱਕ ਸਮਾਗਮ ਤੋਂ ਹੋਈ। ਓਬਾਮਾ, ਜਿਨਪਿੰਗ ਸਮੇਤ ਵਿਸ਼ਵ ਦੇ ਕਈ ਨੇਤਾਵਾਂ ਦੇ ਨਾਲ ਭਾਰਤ ਨੇ ਆਪਣੀ ਪਛਾਣ ਬਣਾਈ ਤੇ ਰਿਸ਼ਤੇ ਵੀ ਮਜ਼ਬੂਤ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਸ਼ਵ ਭਰ ਦੇ ਪ੍ਰਭਾਵਸ਼ਾਲੀ ਨੇਤਾਵਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਤੇ ਕਈ ਕਰਾਰ ਕਰਕੇ ਭਾਰਤ ਨੂੰ ਮਜ਼ਬੂਤ ਸਥਿਤੀ ਦੇ ਵਿੱਚ ਪਹੁੰਚਾਇਆ। ਮੋਦੀ ਸਰਕਾਰ ਨੇ ਸਬਸਿਡੀ ਸਿੱਧੇ ਗਰੀਬਾਂ ਦੇ ਬੈਂਕ ਖਾਤਿਆਂ ਤੱਕ ਪਹੁੰਚਾ ਦਿੱਤੀ ਜਿਸ ਦਾ ਸਿੱਧਾ ਅਸਰ ਇਹ ਹੋਇਆ ਕਿ ਭ੍ਰਿਸ਼ਟਾਚਾਰ ਦੇ ਵਿੱਚ ਕਮੀ ਆਈ ਹੈ। ਆਪਣੇ 2 ਸਾਲ ਦੇ ਕਾਰਜਕਾਲ ਦੇ ਵਿੱਚ ਮੋਦੀ ਸਰਕਾਰ ਤੇ ਫਿਲਹਾਲ ਤੱਕ ਕੋਈ ਵੀ ਭ੍ਰਿਸ਼ਟਾਚਾਰ ਦਾ ਦਾਗ ਨਹੀਂ ਲੱਗਿਆ। ਮੋਦੀ ਸਰਕਾਰ ਨੇ ਕੋਇਲਾ ਖਦਾਨਾਂ ਤੇ ਟੈਲੀਕਾਮ ਸਪੈਕਟਰਮ ਦੀ ਨਿਲਾਮੀ ਆਨਲਾਈਨ ਕੀਤੀ ਹੈ ਜਿਸ ਦੇ ਨਾਲ ਬਹੁਤ ਫਾਇਦਾ ਹੋਇਆ।
ਇਹੀ ਨਹੀਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਸ਼ੋਰੈਂਸ, ਡਿਫੈਂਸ ਤੇ ਦੂਜੇ ਸੈਕਟਰਸ ਦੇ ਵਿੱਚ ਵੀ FDI ਨੂੰ ਮਨਜ਼ੂਰੀ ਦਿੱਤੀ, ਜਿਸ ਦੇ ਨਾਲ ਕੰਪੀਟੀਸ਼ਨ ਵੱਧ ਗਿਆ ਤੇ ਉਦਯੋਗਾਂ ਦੇ ਵਿੱਚ ਵਧੇਰੇ ਨਿਵੇਸ਼ ਹੋਇਆ। ਮੋਦੀ ਸਰਕਾਰ ਨੇ ਡੀਜ਼ਲ ਕੀਮਤਾਂ ਨੂੰ ਗਲੋਬਲ ਮਾਰਕੀਟ ਦੇ ਅਸਰ ਤੋਂ ਮੁਕਤ ਕਰ ਦਿੱਤਾ। ਇਸ ਦੇ ਨਾਲ ਸਰਕਾਰ ਨੇ ਲੱਖਾਂ ਕਰੋੜਾਂ ਰੁਪਏ ਬਚਾਏ। ਇਹਨਾਂ 2 ਸਾਲਾਂ ਦੇ ਵਿੱਚ FDI ਵਧੀ ਤਾਂ ਨਤੀਜੇ ਵੀ ਸਾਫ਼ ਦਿਖਣ ਲੱਗੇ। ਕਈ ਗਲੋਬਲ ਰਿਪੋਰਟਸ ਨੇ ਦੇਸ਼ ਨੂੰ ਮਾਣ ਦਾ ਅਹਿਸਾਸ ਕਰਾਇਆ। 2006 ਦੇ ਵਿੱਚ ਕਾਂਗਰਸ ਜਿੱਥੇ 17 ਸੂਬਿਆਂ ਦੇ ਵਿੱਚ ਸੱਤਾ ਵਿੱਚ ਸੀ, ਉੱਥੇ 2016 ਤੱਕ ਉਹ ਦੇਸ਼ ਦੇ ਸਿਰਫ 7% ਜਨਤਾ ਦੀ ਹੀ ਨੁਮਾਇੰਦਗੀ ਕਰ ਰਹੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜੋ ਨਾਰਾ ਸੀ ਕਾਂਗਰਸ ਮੁਕਤ ਭਾਰਤ, ਉਹ ਤਕਰੀਬਨ 2016 ਦੇ ਵਿੱਚ ਹਾਸਿਲ ਕਰ ਲਿਆ ਗਿਆ ਹੈ। ਗੱਲ ਜਨਤਾ ਦੀ ਕਰੀਏ ਤਾਂ ਜਨਤਾ ਦੀ ਵੀ ਮਿਲੀ ਜੁਲੀ ਪ੍ਰਤੀਕਿਰਿਆ ਮੋਦੀ ਸਰਕਾਰ ਦੇ ਲਈ ਆਈ ਹੈ। ਅਧਿਕਤਰ ਖੇਤਰਾਂ ਦੇ ਵਿੱਚ ਮੋਦੀ ਸਰਕਾਰ ਨੂੰ ਬਹੁਤ ਚੰਗੇ ਨੰਬਰ ਮਿਲੇ ਨੇ। ਕੁਝ ਖੇਤਰਾਂ ਦੇ ਵਿੱਚ ਜਨਤਾ ਹਾਲੇ ਅਪੇਕਸ਼ਾ ਤੋਂ ਘੱਟ ਸੰਤੁਸ਼ਟ ਹੈ ਤੇ ਕੁਝ ਖੇਤਰ ਅਜਿਹੇ ਵੀ ਨੇ ਜਿੱਥੇ ਜਨਤਾ ਅਸੰਤੁਸ਼ਟ ਹੈ। ਪਰ ਸਭ ਤੋਂ ਹੈਰਾਨ ਕਰਨ ਦੇਣ ਵਾਲੀ ਗੱਲ ਇਹ ਹੈ ਕਿ ਅਲਪਸੰਖਿਅਕ ਸਮੁਦਾਇ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਜੋ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਹਵਾ ਖੜਾ ਕੀਤਾ ਸੀ, ਉਸ ਤੋਂ ਉਲਟ ਇਸ ਸਮੁਦਾਇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੰਗਾ ਲੀਡਰ ਕਰਾਰ ਦਿੱਤਾ ਹੈ। जो केंद्र सरकार के 2 साल जो हुए हैं, इस 2 साल में सारे कीर्तिमान इस सरकार ने स्थापित किए हैं, उसकी चर्चा हम सारे देश में करने वाले हैं। आप अगर 4-5 छोटी चीज़ें भी लेंगे जो पूरे करोड़ों लोगों का जो देश में जिनकी जो स्थिति थी उसको बदलने का काम इस सरकार करेगी। सबसे बड़ी जनधन योजना के अंतर्गत फिस्कल सिस्टम में जो आज तक गरीब बैंक के दरवाजे नहीं देख सकता था, वो एक आर्थिक तंत्र में आ गया है और उसके कारण से जब उसके अकाउंट खुले हैं तो उसको डायरेक्ट बेनिफिट ट्रांसफ़र हो रहा है और पहल के अंतर्गत 11 करोड़ से ज़्यादा लोगों को सब्सिडी ट्रांसफ़र हुई है उनके खातों में। ये बहुत बड़ी घटना है। ਹੁਣੇ ਅਸੀਂ ਕੀਤੀ ਪਲੱਸ ਪੁਆਇੰਟਸ ਦੀ ਗੱਲ, ਪਰ ਸਰਕਾਰ ਨੇ ਕਈ ਅਜਿਹੀਆਂ ਚੀਜ਼ਾਂ ਸਨ ਜੋ ਅਚੀਵ ਬਿਲਕੁਲ ਨਹੀਂ ਕੀਤੀਆਂ। ਬਲੈਕ ਮਨੀ, ਕਾਲੇ ਧਨ ਦੇ ਮੁੱਦੇ ਤੇ ਸਰਕਾਰ ਬਣੀ ਸੀ, ਬੀਜੇਪੀ ਸੱਤਾ ਦੇ ਵਿੱਚ ਆਈ ਸੀ। ਬਲੈਕ ਮਨੀ ਨੂੰ ਲੈ ਕੇ ਹੀ ਬਾਅਦ ਦੇ ਵਿੱਚ ਕਹਿ ਦਿੱਤਾ ਗਿਆ ਇਹ ਤਾਂ ਸਿਰਫ ਜੁਮਲਾ ਸੀ। 15-15 ਲੱਖ ਰੁਪਏ ਦਾ ਜੋ ਵਾਅਦਾ ਸੀ ਉਹ ਸਿਰਫ ਜੁਮਲਾ ਸੀ। ਇਸ ਦੇ ਨਾਲ ਹੀ ਵੱਖੋ-ਵੱਖ ਸੈਂਟਰਲ ਯੂਨੀਵਰਸਿਟੀਜ਼ ਦੇ ਵਿੱਚ ਜੋ ਕੁਝ ਹੋਇਆ ਉਹ ਸਾਰਿਆਂ ਦੇ ਸਾਹਮਣੇ ਹੈ, ਭਾਵੇਂ JNU ਹੋਵੇ ਜਾਂ ਹੈਦਰਾਬਾਦ ਯੂਨੀਵਰਸਿਟੀ ਹੋਵੇ, FTII ਕੈਂਪਸ ਹੋਵੇ ਤੇ ਇਸ ਦੇ ਨਾਲ ਹੀ IIT ਮਦਰਾਸ ਦੇ ਵਿੱਚ ਅੰਬੇਡਕਰ ਪੇਰੀਆਰ ਸਟੱਡੀ ਸਰਕਲ ਨੂੰ ਬੰਦ ਕਰਨ ਤੋਂ ਬਾਅਦ ਵੀ ਵਿਵਾਦ ਖੜਾ ਹੋ ਗਿਆ ਸੀ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਾ ਵਿਵਾਦ ਸਾਰਿਆਂ ਨੂੰ ਪਤਾ ਹੈ। GST ਬਿੱਲ ਨੂੰ ਲੈ ਕੇ ਸਰਕਾਰ ਅਜੇ ਤੱਕ ਕੁਝ ਨਹੀਂ ਕਰ ਪਾਈ ਹੈ ਕਿਉਂਕਿ ਰਾਜ ਸਭਾ ਦੇ ਵਿੱਚ ਸਰਕਾਰ ਦੇ ਕੋਲ ਮੈਜੋਰਿਟੀ ਨਹੀਂ ਹੈ। ਇਸ ਦੇ ਨਾਲ ਹੀ ਉੱਤਰਾਖੰਡ ਦੇ ਵਿੱਚ ਜਿਸ ਤਰੀਕੇ ਨਾਲ ਕਾਂਗਰਸ ਦੀ ਸਰਕਾਰ ਗਿਰੀ ਜਾਂ ਗਿਰਾਈ ਗਈ, ਜੋ ਵੀ ਹੈ, ਕਿਉਂਕਿ ਦੋਵੇਂ ਪਾਸਿਓਂ ਆਰੋਪ ਲੱਗ ਰਹੇ ਨੇ, ਉੱਤਰਾਖੰਡ ਦੇ ਵਿੱਚ ਜੋ ਕੁਝ ਹੋਇਆ ਉਹ BJP ਦੇ ਲਈ ਇੱਕ ਤਰੀਕੇ ਨਾਲ ਡੈਂਟ ਕਰਨ ਵਾਲੀ ਚੀਜ਼ ਸੀ। ਰਾਈਟ ਵਿੰਗ ਜਿਹੜੇ ਵੀ ਗਰੁੱਪਸ ਨੇ ਉਹਨਾਂ ਨੇ ਅਚਾਨਕ ਕਾਫੀ ਗਤੀਵਿਧੀਆਂ ਆਪਣੀਆਂ ਵਧਾ ਦਿੱਤੀਆਂ। ਇਸ ਨੂੰ ਰੋਕਣ ਦੇ ਵਿੱਚ ਸਰਕਾਰ ਅਸਫਲ ਰਹੀ ਹੈ। ਇਹ ਆਰੋਪ ਕੇਂਦਰ ਸਰਕਾਰ ਤੇ ਲਗਾਤਾਰ ਲੱਗ ਰਿਹਾ ਹੈ। ਉਹ ਆਰੋਪੀ ਨੂੰ ਲੈ ਕੇ ਸਾਬਕਾ ਫੌਜੀਆਂ ਨੇ ਆਪਣਾ ਇੱਕ ਐਜੀਟੇਸ਼ਨ ਕੈਂਪੇਨ ਸ਼ੁਰੂ ਕੀਤਾ ਸੀ। ਉਸ ਨੂੰ ਦਬਾਉਣ ਦੀ ਕੋਸ਼ਿਸ਼ ਵੀ ਕੀਤੀ ਗਈ, ਉਹਨਾਂ ਨੂੰ ਸੈਟੀਸਫਾਈ ਕਰਨ ਦੀ ਕੋਸ਼ਿਸ਼ ਕੇਂਦਰ ਸਰਕਾਰ ਵੱਲੋਂ ਕੀਤੀ ਗਈ, ਮਗਰ ਉਹ ਆਰੋਪੀ ਨੂੰ ਲੈ ਕੇ ਅੱਜ ਵੀ ਕਈ ਸਾਬਕਾ ਫੌਜੀ ਧਰਨੇ ਤੇ ਬੈਠੇ ਹੋਏ ਨੇ। ਇਸ ਦੇ ਨਾਲ ਹੀ ਨਮਾਮੀ ਗੰਗੇ ਯੋਜਨਾ ਦੀ ਵੱਧ ਚੜ ਕੇ ਗੱਲ ਕੀਤੀ ਗਈ ਸੀ। ਕੀ ਕੁਝ ਹੋਇਆ ਇਸ ਯੋਜਨਾ ਦੇ ਵਿੱਚ? 20,000 ਕਰੋੜ ਰੁਪਏ ਐਲੋਕੇਟ ਕੀਤਾ ਗਿਆ ਸੀ। ਕੀ ਕੁਝ ਹੋਇਆ ਇਸ ਬਾਰੇ ਅਜੇ ਤੱਕ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਕੁੱਲ ਮਿਲਾ ਕੇ ਕੇਂਦਰ ਸਰਕਾਰ ਨੇ ਯੋਜਨਾਵਾਂ ਤਾਂ ਬਹੁਤ ਬਣਾਈਆਂ, ਕਈ ਬ੍ਰਾਂਡ ਕੀਤੇ ਗਏ, ਕਈ ਚੀਜ਼ਾਂ ਬ੍ਰਾਂਡਡ ਚੀਜ਼ਾਂ ਜਿਹੜੀਆਂ ਨੇ, ਬ੍ਰਾਂਡਡ ਨੇਮਸ ਜਿਹੜੇ ਨੇ ਉਹ ਦਿੱਤੇ ਗਏ ਕਈ ਯੋਜਨਾਵਾਂ ਨੂੰ, ਮਗਰ ਅਜੇ ਤੱਕ ਕਿਸ ਪੱਧਰ ਤੇ ਕੀ ਲਾਸਟ ਮੈਨ ਆਫ ਦਾ ਕੰਟਰੀ ਉਸ ਨੂੰ ਬੈਨੀਫਿਟ ਪਹੁੰਚ ਰਿਹਾ ਹੈ ਇਹਨਾਂ ਯੋਜਨਾਵਾਂ ਦਾ, ਇਸ ਦਾ ਇਵੈਲੂਏਸ਼ਨ ਅਜੇ ਵੀ ਕਰਨਾ ਬਾਕੀ ਹੈ। नरेंद्र दामोदर दास मोदी ईश्वर की शपथ लेता हूं, मैं आपके बीच प्रधानमंत्री के रूप में नहीं, प्रधान सेवक के रूप में उपस्थित हूं। भारत माता की, भारत माता की, वंदे वंदे। 16 ਮਈ 2014 ਨੂੰ ਦੇਸ਼ ਦੇ ਲੋਕਤਾਂਤਰਿਕ ਇਤਿਹਾਸ ਦੇ ਵਿੱਚ ਇੱਕ ਵੱਡੀ ਰਾਜਨੀਤਿਕ ਘਟਨਾ ਘਟੀ, ਜਦ ਲਗਭਗ 3 ਦਹਾਕੇ ਬਾਅਦ ਕੋਈ ਰਾਜਨੀਤਿਕ ਦਲ ਬਹੁਮਤ ਦੇ ਜਾਦੂਈ ਆંકੜੇ ਨੂੰ ਪਾਰ ਕਰਕੇ ਕੇਂਦਰ ਦੀ ਸੱਤਾ ਤੇ ਕਾਬਿਜ਼ ਹੋਇਆ। ਜ਼ਾਹਿਰ ਜੀ ਗੱਲ ਹੈ ਕਿ ਅਜਿਹਾ ਉਦੋਂ ਹੀ ਹੁੰਦਾ ਹੈ ਜਦ ਜਨਤਾ ਦਾ ਬਹੁਤ ਪਿਆਰ ਮਿਲੇ।
ਤੇ ਇਹ ਪਿਆਰ ਉਦੋਂ ਮਿਲਦਾ ਹੈ ਜਦ ਜਨਤਾ ਬਹੁਤ ਹਤਾਸ਼ ਹੋਵੇ ਤੇ ਲੰਬੇ ਅਰਸੇ ਬਾਅਦ ਜਨਤਾ ਦੇ ਮਨ ਦੇ ਵਿੱਚ ਕੋਈ ਉਮੀਦ ਦਿਖਾਈ ਦੇਵੇ। ਸ਼ਾਇਦ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਤੇ ਉਮੀਦਵਾਰ ਨਰਿੰਦਰ ਦਮੋਦਰ ਦਾਸ ਮੋਦੀ ਦੇ ਰੂਪ ਦੇ ਵਿੱਚ ਜਨਤਾ ਨੂੰ ਹਤਾਸ਼ਾ ਤੋਂ ਬਾਹਰ ਕੱਢਣ ਤੇ ਵਿਕਾਸ ਦੇ ਰਸਤੇ ਤੇ ਲੈ ਜਾਣ ਵਾਲਾ ਨਾਇਕ ਦਿਖਿਆ ਤੇ ਜਨਤਾ ਨੇ ਜ਼ਬਰਦਸਤ ਬਹੁਮਤ ਸਰਕਾਰ ਨੂੰ ਦਿੱਤਾ। ਜਨਤਾ ਵੱਡਾ ਬਦਲਾਅ ਦੇਖਣਾ ਚਾਹੁੰਦੀ ਸੀ। 26 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹੁੰ ਚੁੱਕੀ ਤੇ ਜਦ ਕੰਮਕਾਜ ਸੰਭਾਲਿਆ ਤਾਂ ਲੋਕਾਂ ਦੀ ਉਮੀਦਾਂ ਨੂੰ ਭਾਂਪਦਿਆਂ ਹੋਇਆਂ ਇਹ ਸੁਨੇਹਾ ਪਹਿਲੇ ਹੀ ਦਿਨ ਦੇ ਦਿੱਤਾ ਕਿ ਉਹਨਾਂ ਨੂੰ ਕੁਝ ਸਮਾਂ ਸਿਸਟਮ ਦੀ ਸਾਫ਼ ਸਫਾਈ ਦੇ ਵਿੱਚ ਲੱਗੇਗਾ। ਪਰ ਅੱਜ ਜਦ 2 ਸਾਲ ਹੋ ਗਏ ਨੇ ਤਾਂ ਲਾਜ਼ਮੀ ਹੈ ਕਿ ਜਨਤਾ ਸਵਾਲ ਵੀ ਪੁੱਛੇਗੀ ਤੇ ਸਰਕਾਰ ਦੇ ਕੰਮਕਾਜ ਦੀ ਸਮੀਖਿਆ ਵੀ ਹੋਵੇਗੀ। ਨਰਿੰਦਰ ਮੋਦੀ ਤੇ ਉਹਨਾਂ ਦੀ ਸਰਕਾਰ ਦੇ 2 ਸਾਲ ਪੂਰੇ ਹੋ ਗਏ ਨੇ। ਇਹਨਾਂ 24 ਮਹੀਨਿਆਂ ਦੇ ਵਿੱਚ ਅਜਿਹੇ 20 ਮੌਕੇ ਆਏ ਜਦ ਪ੍ਰਧਾਨ ਮੰਤਰੀ ਮੋਦੀ ਤੇ ਉਹਨਾਂ ਦੇ ਸਰਕਾਰ ਦੇ ਫੈਸਲੇ ਨੇ ਦੇਸ਼ ਦਾ ਸਿਰ ਮਾਨ ਦੇ ਨਾਲ ਉੱਚਾ ਕਰ ਦਿੱਤਾ। ਕਈ ਫੈਸਲੇ ਅਜਿਹੇ ਵੀ ਆਏ ਜਿਨ੍ਹਾਂ ਕਰਕੇ ਸਰਕਾਰ ਖਾਸ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਰਮਸਾਰ ਹੋਣਾ ਪਿਆ। ਸਰਕਾਰ ਖਿਲਾਫ ਲੇਖਕਾਂ ਸਾਹਿਤਕਾਰਾਂ ਦਾ ਉੱਠ ਖਲੋਣਾ ਸਰਕਾਰ ਦੇ ਲਈ ਸਭ ਤੋਂ ਵੱਡੀ ਚੁਣੌਤੀ ਰਹੀ। ਉੱਤਰ ਪ੍ਰਦੇਸ਼ ਦੇ ਦਾਦਰੀ ਦੇ ਵਿੱਚ ਬੀਫ ਹੋਣ ਦੇ ਸ਼ੱਕ ਦੇ ਵਿੱਚ ਲੋਕਾਂ ਨੇ ਇੱਕ ਮੁਸਲਿਮ ਵਿਅਕਤੀ ਅਖਲਾਕ ਦੀ ਹੱਤਿਆ ਕਰ ਦਿੱਤੀ। ਬੀਫ ਦੇ ਮੁੱਦੇ ਤੇ ਬਹਿਸ ਛਿੜੀ। ਤੁਰੰਤ ਬਾਅਦ ਕਈ ਸਾਹਿਤਕਾਰਾਂ ਨੇ ਆਪਣੇ ਸਨਮਾਨ ਵਾਪਸ ਕਰਨੇ ਸ਼ੁਰੂ ਕਰ ਦਿੱਤੇ ਤੇ ਮੋਦੀ ਸਰਕਾਰ ਨੂੰ ਘੱਟ ਗਿਣਤੀ ਦੇ ਲੋਕਾਂ ਦਾ ਦੁਸ਼ਮਣ ਬਣਾ ਦਿੱਤਾ ਤੇ ਵਿਰੋਧੀਆਂ ਦੀ ਬਿਆਨਬਾਜ਼ੀ ਨੇ ਮੋਦੀ ਸਰਕਾਰ ਨੂੰ ਘੱਟ ਗਿਣਤੀਆਂ ਦੇ ਨਿਸ਼ਾਨੇ ਤੇ ਲਿਆਣ ਖੜਾ ਕਰ ਦਿੱਤਾ। ਹੈਦਰਾਬਾਦ ਯੂਨੀਵਰਸਿਟੀ ਦੇ ਵਿੱਚ ਦਲਿਤ ਵਿਦਿਆਰਥੀ ਰੋਹਿਤ ਬੇਮੁਲਾ ਨੇ ਖੁਦਕੁਸ਼ੀ ਕਰ ਲਈ। ਇਸ ਦੇ ਵਿੱਚ ਸ਼੍ਰਮ ਮੰਤਰੀ ਬੰਦਾਰੂ ਦੱਤਾਰੇ ਨੂੰ ਵੀ ਆਰੋਪੀ ਬਣਾਇਆ ਗਿਆ ਤਾਂ ਸਮ੍ਰਿਤੀ ਇਰਾਨੀ ਤੇ ਵੀ ਸਵਾਲ ਚੱਕੇ ਗਏ। ਇਸ ਮੁੱਦੇ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਨੂੰ ਘੱਟ ਗਿਣਤੀ ਲੋਕਾਂ ਦੇ ਸਵਾਲਾਂ ਤੇ ਖੜਾ ਕਰ ਦਿੱਤਾ। ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਕਥਿਤ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰਨਾ ਵੀ ਸਰਕਾਰ ਦੇ ਲਈ ਨਮੋਸ਼ੀ ਬਣਿਆ। ਵਿਦਿਆਰਥੀਆਂ ਤੇ ਦੇਸ਼ ਧਰੋਹ ਦੇ ਕੇਸ ਕੀਤੇ ਗਏ ਤੇ ਇਹ ਮੁੱਦਾ ਦੇਸ਼ ਦੇ ਵਿੱਚ ਵੱਡੀ ਬਹਿਸ ਦਾ ਹਿੱਸਾ ਬਣ ਗਿਆ। ਪ੍ਰੋਵੀਡੈਂਟ ਫੰਡ ਤੇ ਸ਼ਰਤਾਂ ਲਗਾ ਕੇ ਸਰਕਾਰ ਕਰਮਚਾਰੀ ਵਰਗ ਦੇ ਨਿਸ਼ਾਨੇ ਤੇ ਵੀ ਆ ਗਈ। ਸਰਕਾਰ ਦੇ ਜ਼ਿੰਮੇਦਾਰਾਂ ਦੇ ਬਿਆਨ ਵੀ ਵੱਖੋ-ਵੱਖ ਸਨ। 4 ਵਾਰ ਫੈਸਲਾ ਬਦਲਿਆ ਗਿਆ ਤੇ ਸਰਕਾਰ ਸਵਾਲਾਂ ਤੇ ਆਈ। ਆਰਬੀਆਈ ਗਵਰਨਰ ਨੂੰ ਲੈ ਕੇ ਮਨੋਨੀਤ ਸਾਂਸਦ ਸੁਬਰਮਣੀਅਮ ਸਵਾਮੀ ਨੇ ਵਿਅਕਤੀਗਤ ਹਮਲੇ ਕੀਤੇ ਜਿਸ ਦੇ ਚੱਲਦਿਆਂ ਪ੍ਰਧਾਨ ਮੰਤਰੀ ਮੋਦੀ ਤੇ ਫਾਈਨੈਂਸ ਮਿਨਿਸਟਰ ਅਰੁਣ ਜੇਤਲੀ ਆਰਥਿਕ ਵਿਦਵਾਨਾਂ ਦੇ ਨਿਸ਼ਾਨੇ ਤੇ ਹਨ। ਸ਼ਕਤੀ ਪ੍ਰੀਖਣ ਦੇ ਐਨ ਪਹਿਲਾਂ ਉੱਤਰਾਖੰਡ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣ ਨੂੰ ਲੈ ਕੇ ਸਰਕਾਰ ਨੂੰ ਅਦਾਲਤ ਤੋਂ ਫਟਕਾਰ ਮਿਲੀ। ਜਦ ਹਰੀਸ਼ ਰਾਵਤ ਨੇ ਬਹੁਮਤ ਸਾਬਿਤ ਕਰ ਦਿੱਤਾ ਤਾਂ ਸਰਕਾਰ ਦੀ ਕਿਰਕਰੀ ਹੋਈ। ਪ੍ਰਧਾਨ ਮੰਤਰੀ ਦੀ ਨਸੀਹਤ ਤੋਂ ਬਾਅਦ ਵੀ ਯੋਗੀ ਆਦਿੱਤਿਆਨਾਥ, ਸਾਕਸ਼ੀ ਮਹਾਰਾਜ, ਸਾਧਵੀ ਪ੍ਰਾਚੀ ਨੇ ਮੁਸਲਿਮ ਸਮੁਦਾਇ ਦੇ ਖਿਲਾਫ ਬਿਆਨ ਦੇਣੇ ਜਾਰੀ ਰੱਖੇ ਜਿਸ ਨਾਲ ਇਹ ਸੁਨੇਹਾ ਗਿਆ ਕਿ ਪ੍ਰਧਾਨ ਮੰਤਰੀ ਦੀ ਇਹਨਾਂ ਨੇਤਾਵਾਂ ਦੇ ਉੱਤੇ ਕੋਈ ਪਕੜ ਨਹੀਂ ਹੈ। ਉਸ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਆਮਿਰ ਖਾਨ ਤੇ ਸ਼ਾਹਰੁਖ ਖਾਨ ਦਾ ਬਿਆਨ ਵੀ ਕੇਂਦਰ ਸਰਕਾਰ ਦੇ ਕਈ ਮੰਤਰੀਆਂ ਨੇ ਕਰੜੇ ਹੱਥੀ ਲਿਆ। ਬਾਅਦ ਦੇ ਵਿੱਚ ਦੋਨਾਂ ਹੀ ਅਦਾਕਾਰਾਂ ਨੇ ਆਪਣੇ ਸ਼ਬਦ ਵਾਪਸ ਲਏ। ਮਹਾਭਾਰਤ ਦੇ ਯੁਧਿਸ਼ਠਿਰ, ਗਜੇਂਦਰ ਚੌਹਾਨ ਸਮੇਤ ਭਾਜਪਾ ਦੇ ਜੁੜੇ 5 ਲੋਕਾਂ ਦੀ ਨਿਯੁਕਤੀ ਦੇ ਵਿਰੋਧ ਦੇ ਵਿੱਚ ਵਿਦਿਆਰਥੀ ਅੰਦੋਲਨ ਕਰ ਰਹੇ ਨੇ। ਸੰਘ ਦੀ ਪੱਤਰਿਕਾ ਦੇ ਵਿੱਚ ਇਹਨਾਂ ਵਿਦਿਆਰਥੀਆਂ ਨੂੰ ਹਿੰਦੂ ਤੇ ਦੇਸ਼ ਵਿਰੋਧੀ ਦੱਸਿਆ ਗਿਆ। ਇਹਨਾਂ 2 ਸਾਲਾਂ ਦੇ ਵਿੱਚ ਸਰਕਾਰ ਦੇ ਲਈ ਸਭ ਤੋਂ ਵੱਡੀ ਚੁਣੌਤੀ ਇਹੀ ਕੁਝ ਮੁੱਦੇ ਰਹੇ ਤੇ ਇਹਨਾਂ ਨੇ ਹੀ ਸਰਕਾਰ ਦੀ ਇਮੇਜ ਜਨਤਾ ਦੇ ਵਿੱਚ ਖਰਾਬ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਵੀ ਸਾਡੀ ਇੱਕ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਦੇ 2 ਸਾਲ ਕਿਸ ਤਰੀਕੇ ਦੇ ਰਹੇ ਨੇ, ਕਿਸ ਤਰੀਕੇ ਦੇ ਨਾਲ ਇਸ ਗਵਰਨਮੈਂਟ ਨੇ ਪਰਫਾਰਮ ਕੀਤਾ ਹੈ, ਕੀ ਇਸ ਦੇ ਪਲੱਸ ਪੁਆਇੰਟ ਰਹੇ ਨੇ, ਉਸ ਦੇ ਬਾਰੇ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ। ਪੁਆਇੰਟ ਦਰ ਪੁਆਇੰਟ ਅਸੀਂ ਗੱਲ ਕਰਦੇ ਹਾਂ। ਜਨਧਨ ਯੋਜਨਾ ਦੀ ਗੱਲ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਭਗ ਹਰ ਮੰਚ ਤੇ ਕਰਦੇ ਨੇ। ਹੁਣ ਦੇਸ਼ ਦੇ ਵਿੱਚ ਹਰ ਵਿਅਕਤੀ, ਗਰੀਬ ਹੋਵੇ ਅਮੀਰ ਹੋਵੇ, ਹਰ ਵਿਅਕਤੀ ਆਪਣਾ ਖਾਤਾ ਖੁਲਵਾ ਸਕਦਾ ਹੈ। ਅਮੀਰਾਂ ਦੇ ਖਾਤੇ ਪਹਿਲਾਂ ਖੁੱਲੇ ਹੋਏ ਸਨ ਤੇ ਨਰਿੰਦਰ ਮੋਦੀ ਸਰਕਾਰ ਦਾਅਵਾ ਕਰਦੀ ਹੈ ਕਿ ਲਗਭਗ ਹਰ ਗਰੀਬ ਵਿਅਕਤੀ ਦਾ ਖਾਤਾ ਉਹਨਾਂ ਨੇ ਇਸ ਦੇਸ਼ ਦੇ ਵਿੱਚ ਖੋਲ੍ਹਿਆ ਹੈ ਤੇ ਇਹ ਚੀਜ਼ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਦੇ ਵਿੱਚ ਵੀ ਦਰਜ ਹੋਈ ਹੈ। ਇਸ ਦੇ ਨਾਲ ਹੀ LPG ਸਬਸਿਡੀ ਨੂੰ ਲੈ ਕੇ ਵੱਡਾ ਫੈਸਲਾ ਕੇਂਦਰ ਸਰਕਾਰ ਨੇ ਕੀਤਾ। LPG ਸਬਸਿਡੀ ਦੀ ਜੇ ਗੱਲ ਕੀਤੀ ਜਾਏ ਤੇ ਇਹ ਪੈਟਰੋਲੀਅਮ ਮੰਤਰਾਲੇ ਨੇ ਖਾਸ ਤੌਰ ਤੇ ਰੈਗੂਲੇਟਰੀ ਪਾਲਿਸੀ ਬਣਾਈ ਜਿਸ ਦੇ ਤਹਿਤ 10 ਲੱਖ ਤੋਂ ਉੱਪਰ ਆਮਦਨ ਵਾਲੇ ਕਿਸੇ ਵੀ ਵਿਅਕਤੀ ਨੂੰ ਸਬਸਿਡੀ ਨਹੀਂ ਦਿੱਤੀ ਜਾਏਗੀ ਤੇ ਨਾਲ ਹੀ ਖੁਦ ਸਾਰੇ ਸੰਸਦਾਂ ਨੇ LPG ਸਬਸਿਡੀ ਨੂੰ ਛੱਡ ਦਿੱਤਾ ਜਿਸ ਦੇ ਨਾਲ ਇੱਕ ਵੱਡਾ ਬੈਨੀਫਿਟ ਇਸ ਮਾਮਲੇ ਦੇ ਵਿੱਚ ਵੀ ਹੋਇਆ ਹੈ। ਤੇ ਇੱਕ ਵੱਡਾ ਪਲੱਸ ਪੁਆਇੰਟ ਤੇ ਇੱਕ ਵੱਡੀ ਇਸ ਨੂੰ ਕਹਿ ਸਕਦੇ ਸ਼ਲਾਘਾਯੋਗ ਚੀਜ਼ ਉਹ ਇਹ ਹੋਈ ਕਿ ਯਮਨ ਅਤੇ ਲੀਬੀਆ ਦੇ ਵਿੱਚ ਜਦੋਂ ਗਲਫ ਵਾਰ ਦੇ ਨਾਲ ਇਹ ਦੋਵੇਂ ਕੰਟਰੀ ਦੋਵੇਂ ਥਾਵਾਂ ਜੂਝ ਰਹੀਆਂ ਸਨ, ਉਦੋਂ
ਭਾਰਤੀਆਂ ਨੂੰ ਬਚਾਉਣ ਦੇ ਲਈ, ਭਾਰਤੀਆਂ ਨੂੰ ਵਾਪਸ ਮੁਲਕ ਲੈ ਕੇ ਆਉਣ ਦੇ ਲਈ ਖੁਦ ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਉੱਥੇ ਪਹੁੰਚੇ ਤੇ ਖੁਦ ਭਾਰਤੀਆਂ ਨੂੰ ਉੱਥੋਂ ਇਵੈਕੂਏਟ ਕੀਤਾ ਗਿਆ। ਇਸ ਦੀ ਪੂਰੀ ਦੁਨੀਆ ਭਰ ਦੇ ਵਿੱਚ ਸ਼ਲਾਘਾ ਹੋਈ ਤੇ ਖਾਸ ਤੌਰ ਤੇ ਇੰਡੀਅਨ ਡਾਇਸਪੋਰਾ ਨੇ ਵੱਡੇ ਪੱਧਰ ਤੇ ਇਸ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਲੈਂਡ ਬਾਰਡਰ ਐਗਰੀਮੈਂਟ, ਇੰਡੀਆ ਬੰਗਲਾਦੇਸ਼ ਲੈਂਡ ਬਾਰਡਰ ਐਗਰੀਮੈਂਟ ਇੱਕ ਬਹੁਤ ਹੀ ਵਧੀਆ ਮੀਲ ਦਾ ਪੱਥਰ ਸਾਬਿਤ ਹੋਇਆ, ਕਿਉਂਕਿ ਜਿਸ ਤਰੀਕੇ ਨਾਲ ਬੰਗਲਾਦੇਸ਼ੀਆਂ ਦੇ ਭਾਰਤ ਦੇ ਵਿੱਚ ਮਾਈਗ੍ਰੇਟ ਕਰਨ ਦੇ, ਇਨਫਿਲਟਰੇਟ ਕਰਨ ਦੇ ਆਰੋਪ ਲੱਗਦੇ ਰਹੇ ਨੇ, ਉਸ ਨੂੰ ਵੇਖ ਕੇ ਇਹ ਇੱਕ ਵੱਡਾ ਕਦਮ ਸੀ। ਨਰਿੰਦਰ ਮੋਦੀ ਸਰਕਾਰ ਇਸ ਮਾਮਲੇ ਦੇ ਵਿੱਚ ਸਫਲ ਰਹੀ ਤੇ ਇਸ ਦੇ ਨਾਲ ਹੀ ਬੈਂਕਰਪਟਸੀ ਕੋਡ ਨੂੰ ਲੈ ਕੇ ਸਰਕਾਰ ਨੇ ਕਾਫੀ ਅਹਿਮ ਫੈਸਲਾ ਕੀਤਾ ਤੇ ਨਾਲ ਹੀ ਰੀਅਲ ਐਸਟੇਟ ਰੈਗੂਲੇਸ਼ਨ। ਪਿਛਲੇ ਦਿਨਾਂ ਦੇ ਵਿੱਚ ਅਸੀਂ ਸੁਰਖੀਆਂ ਦੇ ਵਿੱਚ ਵੇਖਦੇ ਰਹੇ ਹਾਂ ਕਿ ਬਾਇਰਸ ਨੂੰ ਕਾਫੀ ਪ੍ਰੋਬਲਮ ਆਈ ਹੈ, ਜਿਨ੍ਹਾਂ ਲੋਕਾਂ ਨੇ ਫਲੈਟਸ ਖਰੀਦੇ ਨੇ, ਬਿਲਡਰ ਕਾਫੀ ਤੰਗ ਕਰਦੇ ਨੇ ਤੇ ਕੁੱਲ ਮਿਲਾ ਕੇ ਰੀਅਲ ਐਸਟੇਟ ਬਿੱਲ ਵੀ ਇੱਕ ਚੰਗੀ ਚੀਜ਼ ਕੇਂਦਰ ਸਰਕਾਰ ਦੇ ਲਈ ਸਾਬਿਤ ਹੋਈ ਹੈ। ਡਿਜੀਟਲ ਇੰਡੀਆ ਯੋਗਾ ਡੇ ਇਹ ਨਰਿੰਦਰ ਮੋਦੀ ਸਰਕਾਰ ਦੀ ਵੱਡੀ ਅਚੀਵਮੈਂਟਸ ਰਹੀਆਂ ਨੇ, ਕਿਉਂਕਿ ਯੋਗਾ ਡੇ ਦੇ ਲਈ ਲੌਬਿੰਗ ਕਰਨ ਦਾ ਕੰਮ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਦੇ ਰਹੇ ਨੇ। ਕੇਂਦਰ ਸਰਕਾਰ ਦੇ ਕਾਰਜਕਾਲ ਦੇ 2 ਸਾਲ ਦੇ ਕਈ ਦਾਅਵਿਆਂ ਤੇ ਵਾਅਦਿਆਂ ਦੀ ਅਜਮਾਇਸ਼ ਕੀਤੀ ਜਾ ਰਹੀ ਹੈ। ਵਿਰੋਧੀ ਧਿਰ ਨੇ ਸਰਕਾਰ ਦੀ ਉਪਲਬਧੀਆਂ ਤੇ ਕਈ ਸਵਾਲ ਚੁੱਕੇ ਤਾਂ ਸਰਕਾਰ ਨੇ ਆਪਣੇ ਕੰਮ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਮੋੜ ਮੰਨਿਆ। ਇਸ ਵਿਚਕਾਰ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਕੁਝ ਖਾਸ ਕੰਮਾਂ ਦੀ ਉਪਲਬਧੀਆਂ ਰਹੀਆਂ ਜੋ ਹੁਣ ਤੱਕ ਕੋਈ ਵੀ ਨਹੀਂ ਕਰ ਸਕਿਆ। ਗਣਤੰਤਰ ਦਿਹਾੜੇ ਦੀ ਪਰੇਡ ਵਿੱਚ ਆਏ ਬਰਾਕ ਓਬਾਮਾ। ਜੀ ਹਾਂ, ਦੇਸ਼ ਦਾ ਗਣਤੰਤਰ ਲਾਗੂ ਹੋਣ ਤੋਂ ਬਾਅਦ ਪਹਿਲਾ ਮੌਕਾ ਸੀ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਗਣਤੰਤਰ ਦਿਹਾੜੇ ਪਰੇਡ ਵਿੱਚ ਸ਼ਾਮਿਲ ਹੋਏ। ਓਬਾਮਾ ਪਹਿਲੇ ਅਮਰੀਕੀ ਰਾਸ਼ਟਰਪਤੀ ਨੇ ਜਿਨ੍ਹਾਂ ਨੇ ਨਰਿੰਦਰ ਮੋਦੀ ਨੇ ਬਰਾਕ ਤੋਂ ਸੰਬੋਧਿਤ ਕੀਤਾ। ਦੋਨਾਂ ਦੀ ਦੋਸਤੀ ਹਮੇਸ਼ਾ ਚਰਚਾ ਵਿੱਚ ਰਹੀ। ਜਨ ਧਨ ਯੋਜਨਾ ਦੀ ਸ਼ੁਰੂਆਤ। ਸਮਾਜਿਕ ਸੁਰੱਖਿਆ ਦੇ ਲਈ ਚਲਾਈ ਗਈ ਜਨ ਧਨ ਯੋਜਨਾ ਮੋਦੀ ਸਰਕਾਰ ਦੀ ਉਹਨਾਂ ਚੁਣਿੰਦਾ ਯੋਜਨਾਵਾਂ ਵਿੱਚ ਇੱਕ ਹੈ ਜਿਸ ਵਿੱਚ ਉਹਨਾਂ ਨੇ ਬਾਖੂਬੀ ਪ੍ਰਸਿੱਧੀ ਦਿਲਵਾਈ। ਮੋਦੀ ਪਹਿਲੀ ਪ੍ਰਧਾਨ ਮੰਤਰੀ ਨੇ ਜਿਸ ਨੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਬੈਂਕਿੰਗ ਸੁਵਿਧਾ ਨਾਲ ਜੋੜ ਦਿੱਤਾ। ਸਵੱਛਤਾ ਅਭਿਆਨ। ਦੇਸ਼ ਨੂੰ ਸਵੱਛ ਬਣਾਉਣ ਦੇ ਲਈ ਪਹਿਲੀ ਵਾਰ ਸਵੱਛਤਾ ਅਭਿਆਨ ਚਲਾਇਆ ਗਿਆ। ਇਸ ਦੇ ਲਈ ਵੱਖਰੇ ਤੌਰ ਤੋਂ ਸੂਬਿਆਂ ਨੂੰ ਫੰਡ ਦਿੱਤਾ ਗਿਆ। ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਹੱਥਾਂ ਨਾਲ ਝਾੜੂ ਲਗਾ ਕੇ ਲੋਕਾਂ ਨੂੰ ਸਫਾਈ ਦਾ ਸੰਦੇਸ਼ ਦਿੱਤਾ। ਇਸ ਕੰਮ ਵਿੱਚ ਵੱਡੇ-ਵੱਡੇ ਉਦਯੋਗਪਤੀ ਅਤੇ ਫਿਲਮੀ ਹਸਤੀਆਂ ਵੀ ਜੁੜੀਆਂ। ਪਹਿਲੀ ਵਾਰ ਮੰਗੋਲੀਆ ਦੌਰਾ। ਨਰਿੰਦਰ ਮੋਦੀ ਪਹਿਲੇ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਨੇ ਮੰਗੋਲੀਆ ਦਾ ਦੌਰਾ ਕੀਤਾ। ਮੰਗੋਲੀਆ ਇਸ ਲਿਹਾਜ਼ ਤੋਂ ਵੀ ਕਾਫੀ ਮਹੱਤਵਪੂਰਨ ਹੈ ਕਿਉਂਕਿ ਮੱਧ ਏਸ਼ੀਆ ਵਿੱਚ ਤੇਲ ਤੇ ਗੈਸ ਦਾ ਅੰਕੁਰ ਭੰਡਾਰ ਹੈ। ਸਹੁੰ ਚੁੱਕ ਸਮਾਗਮ ਵਿੱਚ ਆਏ ਸਾਰਕ ਰਾਸ਼ਟਰਾਧਿਕਸ਼। ਮੋਦੀ ਨੇ ਆਪਣੇ ਸਹੁੰ ਚੁੱਕ ਸਮਾਗਮ ਵਿੱਚ 7 ਦੇਸ਼ਾਂ ਦੇ ਰਾਸ਼ਟਰਾਧਿਕਸ਼ਾਂ ਨੂੰ ਸੱਦਾ ਦਿੱਤਾ ਅਤੇ ਸਾਰੇ ਦੇਸ਼ਾਂ ਦੇ ਰਾਸ਼ਟਰਾਧਿਕਸ਼ ਨੇ ਇਸ ਵਿੱਚ ਹਿੱਸਾ ਲਿਆ। ਲੋਕਾਂ ਨਾਲ ਕੀਤੀ ਮਨ ਕੀ ਬਾਤ। ਰੇਡੀਓ ਨੂੰ ਅਹਿਮੀਅਤ ਦੇਣਾ ਅਤੇ ਜਨਤਾ ਨਾਲ ਜੁੜਾਵ ਦੇ ਲਈ ਪ੍ਰਧਾਨ ਮੰਤਰੀ ਮੋਦੀ ਨੇ ਮਨ ਕੀ ਬਾਤ ਸ਼ੁਰੂ ਕੀਤੀ। ਲਗਾਤਾਰ ਉਹ ਮਨ ਕੀ ਬਾਤ ਕਰਦੇ ਰਹੇ ਅਤੇ ਲੋਕਾਂ ਨਾਲ ਸੁਝਾਅ ਵੀ ਮੰਗਦੇ ਰਹੇ ਤਾਂ ਕਿ ਕਮੀਆਂ ਨੂੰ ਦੂਰ ਕੀਤਾ ਜਾ ਸਕੇ। ਹੁਣ ਤੱਕ ਭਾਰਤ ਵਿੱਚ ਹੋਰ ਦੇਸ਼ਾਂ ਦੇ ਆਉਣ ਵਾਲੇ ਰਾਸ਼ਟਰੀ ਅਧਿਕਸ਼ਾਂ ਦਾ ਦਿੱਲੀ ਵਿੱਚ ਸਵਾਗਤ ਕੀਤਾ ਜਾਂਦਾ ਰਿਹਾ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਸੰਸਦ ਦੀ ਦਹਲੀਜ਼ ਨੂੰ ਕੀਤਾ ਨਮਨ। ਜੀ ਹਾਂ, ਮੋਦੀ ਪਹਿਲੇ ਇਕਲੌਤੇ ਅਜਿਹੇ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਨੇ ਸੰਸਦ ਪਰਿਸਰ ਵਿੱਚ ਅੰਦਰ ਵੜਨ ਤੋਂ ਪਹਿਲਾਂ ਉਸ ਦੀ ਦਹਲੀਜ਼ ਨੂੰ ਨਮਨ ਕਰ ਉਸ ਨੂੰ ਮੰਦਿਰ ਦਾ ਦਰਜਾ ਦਿੱਤਾ। ਸਮਾਰਟ ਸਿਟੀ ਯੋਜਨਾ। ਦੇਸ਼ ਭਰ ਦੇ ਵੱਡੇ ਸ਼ਹਿਰਾਂ ਨੂੰ ਵਿਕਸਿਤ ਕਰਨ ਦੀ ਨਜ਼ਰ ਦੇ ਨਾਲ ਸਮਾਰਟ ਸਿਟੀ ਯੋਜਨਾ ਸ਼ੁਰੂਆਤ ਕੀਤੀ। ਪਹਿਲੇ ਪੜਾਅ ਵਿੱਚ 20 ਸ਼ਹਿਰਾਂ ਦੀ ਚੋਣ ਕੀਤੀ ਗਈ। ਇਹਨਾਂ ਸਾਰੇ ਸ਼ਹਿਰਾਂ ਨੂੰ ਪਹਿਲੇ ਸਾਲ 200 ਕਰੋੜ ਰੁਪਏ ਅਤੇ ਹੋਰ 3 ਸਾਲ ਤੱਕ 100 ਕਰੋੜ ਰੁਪਏ ਦੇ ਹਿਸਾਬ ਨਾਲ ਪੈਸਾ ਦਿੱਤਾ ਜਾਵੇਗਾ। ਘਰ ਘਰ ਸ਼ੌਚਾਲਿਆ ਯੋਜਨਾ। ਮੋਦੀ ਨੇ ਦੇਸ਼ ਨੂੰ ਸ਼ੌਚਾਲਿਆ ਮੁਕਤ ਕਰਨ ਦੇ ਲਈ ਘਰ ਘਰ ਸ਼ੌਚਾਲਿਆ ਨਿਰਮਾਣ ਦੀ ਯੋਜਨਾ ਦੀ ਸ਼ੁਰੂਆਤ ਕੀਤੀ, ਜਿਸ ਨੂੰ ਵਧਾਵਾ ਦੇਣ ਦੇ ਲਈ ਕੇਂਦਰ ਵ ਸੂਬਾ ਸਰਕਾਰ ਦੀ ओर ਤੋਂ ਨਿਰਮਾਣ ਦਾ ਕੁਝ ਪੈਸਾ ਦਿੱਤਾ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਇਸ ਭਗਵਾ ਬ੍ਰਿਗੇਡ ਦੇ ਬਾਰੇ ਹਮੇਸ਼ਾ ਜ਼ਿਆਦਾਤਰ ਮਾਹਿਰ ਇਹ ਕਹਿੰਦੇ ਨੇ ਕਿ ਚੋਣਾਂ ਦੇ ਵੇਲੇ ਬੀਜੇਪੀ ਦਾ ਕੈਂਪੇਨ ਇੱਕ ਐਗਰੈਸਿਵ ਕੈਂਪੇਨ ਹੁੰਦਾ ਹੈ, ਇੱਕ ਅਜਿਹਾ ਪ੍ਰਚਾਰ ਹੁੰਦਾ ਹੈ ਜੋ ਕਿ ਐਗਰੈਸ਼ਨ ਦੇ ਵਿੱਚ ਕੀਤਾ ਜਾਂਦਾ ਹੈ ਤੇ ਕੁਝ ਇਸੇ ਤਰੀਕੇ ਦੀ ਇੱਕ ਰਿਫਲੈਕਸ਼ਨ ਬੀਜੇਪੀ ਦੀ ਗਵਰਨੈਂਸ ਦੇ ਵਿੱਚ ਵੀ ਕੇਂਦਰ ਸਰਕਾਰ ਦੇ ਵਿੱਚ ਵਿਖਾਈ ਦਿੱਤੀ ਹੈ। ਆਰੋਪ ਲਾਇਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਨੇ ਵੱਡੇ ਪੱਧਰ ਤੇ ਇਮੇਜ ਮੈਨੇਜਮੈਂਟ, ਮੀਡੀਆ ਮੈਨੇਜਮੈਂਟ ਕੀਤਾ ਹੈ, ਇਮੇਜ ਮੇਕਓਵਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੱਚਾਈ ਦੇ ਵਿੱਚ ਇਹਨਾਂ ਯੋਜਨਾਵਾਂ ਦੇ ਵਿੱਚ ਕੁਝ ਸੀ ਜਾਂ ਨਹੀਂ ਸੀ, ਜ਼ਮੀਨੀ ਪੱਧਰ ਤੇ ਇਸ ਦਾ ਫਾਇਦਾ ਹੋਇਆ ਜਾਂ ਨਹੀਂ ਹੋਇਆ, ਮਗਰ ਇਮੇਜ ਮੇਕਓਵਰ, ਇਮੇਜ ਮੈਨੇਜਮੈਂਟ ਦੇ ਤੌਰ ਤੇ ਹਰ ਚੀਜ਼ ਨੂੰ ਵਧਾ ਚੜਾ ਕੇ ਦਿਖਾਇਆ ਗਿਆ। ਇਸ ਦੇ ਨਾਲ ਹੀ ਕਈ ਮੀਡੀਆ ਹਾਊਸਿਸ ਨੂੰ ਇਨਫਲੂਐਂਸ ਕਰਨ ਤੱਕ ਦੇ ਇਲਜ਼ਾਮ ਵੀ ਲੱਗਦੇ ਰਹੇ ਨੇ।
26 ਮਈ ਨੂੰ ਮੋਦੀ ਸਰਕਾਰ ਨੂੰ 2 ਸਾਲ ਪੂਰੇ ਹੋਣ ਵਾਲੇ ਨੇ ਔਰ ਇਸ 2 ਸਾਲ ਦੇ ਟਰਮ ਨੂੰ ਲੈ ਕੇ ਕਈ ਤਰ੍ਹਾਂ ਦੇ ਹੁਣ ਸਵਾਲ ਉੱਠ ਰਹੇ ਨੇ ਕਿ ਮੋਦੀ ਸਾਲ ਦੇ ਜੋ ਇਹ 2 ਸਾਲ ਰਹੇ ਨੇ ਕਿਸ ਤਰੀਕੇ ਦੇ ਰਹੇ ਨੇ, ਕਿੰਨਾ ਸੈਟੀਸਫੈਕਟਰੀ ਉਹਨਾਂ ਦਾ ਕੰਮ ਰਿਹਾ ਹੈ ਜਾਂ ਕੁਝ ਕਮੀਆਂ ਵੀ ਰਹੀਆਂ ਜੋ ਲੋਕਾਂ ਦੀਆਂ ਉਮੀਦਾਂ ਸੀ, ਜੋ ਮੈਨੀਫੈਸਟੋ ਦੇ ਵਿੱਚ ਵਾਅਦੇ ਸੀ, ਉਹ ਸਭ ਪੂਰੇ ਹੋਏ ਨੇ। ਇਸ ਤੇ तमाम तरह ਦੇ ਹੁਣ ਜੋ ਹੈ ਉਹ ਡਿਸਕਸ਼ਨਸ ਚੱਲ ਰਹੀਆਂ ਨੇ। ਅਸੀਂ ਮੋਹਾਲੀ ਦੇ ਇੱਕ ਇੰਸਟੀਚਿਊਟ ਦੇ ਵਿੱਚ ਆਏ ਹਾਂ ਔਰ ਕਈ ਜੌਬ ਕਰਨ ਵਾਲੇ ਲੋਕ ਸਾਡੇ ਨਾਲ ਨੇ, ਉਹਨਾਂ ਨਾਲ ਗੱਲ ਕਰਕੇ ਜਾਣਦੇ ਹਾਂ ਕਿ ਨੌਜਵਾਨ ਪੀੜ੍ਹੀ ਨੂੰ ਇਸ ਤਰ੍ਹਾਂ ਦੇ ਜੋ ਮੋਦੀ ਸਰਕਾਰ ਵੱਲੋਂ ਕੰਮ ਕੀਤੇ ਗਏ ਨੇ ਉਹ ਕਿਵੇਂ ਲੱਗੇ ਨੇ। ਸਭ ਤੋਂ ਪਹਿਲਾਂ ਟਾਈਗਰ ਚੰਦੋਕ ਸਾਡੇ ਨਾਲ ਨੇ। ਟਾਈਗਰ ਜੀ, ਕਿਸ ਤਰੀਕੇ ਨਾਲ ਲੱਗਿਆ ਹੈ ਮੋਦੀ ਸਰਕਾਰ ਨੇ 2 ਸਾਲਾਂ ਦੇ ਵਿੱਚ ਉਹ ਸਾਰੇ ਕੰਮ ਕੀਤੇ ਨੇ ਜਿਨ੍ਹਾਂ ਦੀ ਯੁਵਾਵਾਂ ਨੂੰ ਉਮੀਦ ਸੀ, ਜਿਨ੍ਹਾਂ ਵਾਅਦਿਆਂ ਨਾਲ ਉਹ ਸਰਕਾਰ ਦੇ ਵਿੱਚ ਆਏ ਸੀ? ਮੇਰੇ ਹਿਸਾਬ ਨਾਲ ਮੋਦੀ ਸਰਕਾਰ ਨੇ ਬਹੁਤ ਕੁਝ ਕੀਤਾ ਹੈਗਾ। ਕੁਝ ਗਲੋਬਲ ਡਿਵੈਲਪਮੈਂਟ ਸ਼ਾਇਦ ਉਹਨਾਂ ਦੇ ਨਾਲ ਇੰਨੀਆਂ ਨਹੀਂ ਰਹੀ, ਪਰ ਤੁਸੀਂ ਦੇਖੋ ਉਹਨਾਂ ਨੇ ਜੈਮ ਯੋਜਨਾ ਲਿਆਏ ਨੇ, ਜਨਧਨ, ਆਧਾਰ ਤੇ ਮੋਬਾਈਲ, ਇਹ ਬਹੁਤ ਵਧੀਆ ਚੀਜ਼ ਹੈ। ਯੂਪੀ ਗਵਰਨਮੈਂਟ ਨੇ ਸਟਾਰਟ ਕੀਤੀ ਪਰ ਅਬੈਂਡਨ ਕਰਤੀ ਸੀ, ਮੋਦੀ ਸਰਕਾਰ ਨੇ ਇਹਨਾਂ ਨੂੰ ਨਏ ਵਿੰਗਸ ਦਿੱਤੇ ਹੈ। ਜਿਹੜਾ ਥੋੜਾ ਹਿੰਦੂਤਾ ਦੇ ਪੁਆਇੰਟ ਆਫ ਵਿਊ ਨਾਲ ਉਹਨਾਂ ਦੀ ਜਿਹੜੀ ਪਾਰਟੀ ਹੈਗੀ ਹੈ, ਕੁਝ ਐਲੀਮੈਂਟਸ ਹੈਗੇ ਨੇ, ਮੈਂ ਇਹਦਾ ਕਹਾਂਗਾ ਉਹਨਾਂ ਨੂੰ ਕਰਬ ਕਰਨ ਦੀ ਬਹੁਤ ਜ਼ਿਆਦਾ ਲੋੜ ਹੈਗੀ ਹੈ। ਜੇ ਇਹ ਔਰ ਉਹ ਹੋਏ ਵੀ ਨੇ, ਜੇ ਤੁਸੀਂ ਪਿੱਛੇ ਲਾਸਟ 3-4 ਮਹੀਨੇ ਦੇ ਵਿੱਚ ਦੇਖੋ ਨਾ ਨੇਲਾ ਠੀਕ ਨਹੀਂ ਹੈ, ਬਟ ਉਹਨਾਂ ਨੂੰ ਇੰਟਰਨਲ ਡਿਕਟੇਟ ਦਿੱਤਾ ਗਿਆ ਕਿ ਤੁਸੀਂ ਘੱਟ ਬੋਲੋ ਔਰ ਉਹ ਦਿਖ ਰਿਹਾ ਹੈਗਾ। 10 में से 8, क्योंकि सारे काफ़ी चीज़ें सपोर्ट कर रहे हैं, सेलिब्रिटी कर रहे हैं, क्रिकेट्स कर रहे हैं, पॉलिटिशियंस कर रहे हैं, काफ़ी कर रहे हैं। मोदी गवर्नमेंट ने काफ़ी ऐसे स्टेप्स लिए हैं जो हमारी कंट्री के लिए काफ़ी फ़ायदेमंद साबित हुए हैं। जैसे कि डिजिटल इंडिया उन्होंने स्टार्ट किया है, जो 1 जुलाई 2015 में किया था उन्होंने। तो उससे ये है कि पैन कार्ड हो गया, आधार कार्ड हो गया या कोई भी डिग्री है उसको डिजिटली सेव कर सकते हैं। और रूरल एरियाज़ में नेटवर्क को काफ़ी उन्होंने वास्ट किया है। जेपी ਨੂੰ ਮੈਂ ਵਧਾਈ ਦਿੰਦਾ ਕਿ ਮੋਦੀ ਸਰਕਾਰ ਦੇ 2 ਸਾਲ ਜੋ ਰਹੇ ਬਹੁਤ ਵਧੀਆ ਰਹੇ ਨੇ। ਜਿੰਨੀਆਂ ਵੀ ਉਹਨਾਂ ਨੇ ਅੱਜ ਤੱਕ ਚਲਾਈਆਂ, ਕੁਝ ਕੁ ਨੈਗੇਟਿਵ ਪਹਿਲੂ ਨੂੰ ਛੱਡ ਕੇ ਸਭ ਪੋਜ਼ਿਟਿਵ ਹੀ ਨੇ ਜੀ। ਸਵੱਛ ਮੁਹਿੰਮ ਚਲਾਈ ਹੈਗੀ, ਉਹਦਾ ਮਤਲਬ ਕਿ ਪਿੰਡ ਤੋਂ ਲੈ ਕੇ ਸ਼ਹਿਰ ਤੱਕ ਬਹੁਤ ਵਧੀਆ ਰੁਝਾਨ ਦੇਖਣ ਨੂੰ ਮਿਲਿਆ। ਲੋਕਾਂ ਨੇ ਮੋਦੀ ਸਾਹਿਬ ਦੀ ਇਹ ਮੁਹਿੰਮ ਪਸੰਦ ਕੀਤੀ ਹੈ। ਔਰ ਥੋੜ੍ਹਾ ਬਹੁਤ ਮਹਿੰਗਾਈ ਦੇ ਵਿੱਚ ਲੋਕਾਂ ਦੀ ਸ਼ਿਕਾਇਤ ਹੈ ਕਿ ਮਹਿੰਗਾਈ ਵਧੀ ਹੈ, ਜਿਸ ਨੂੰ ਮੋਦੀ ਸਰਕਾਰ ਨੂੰ ਕੰਟਰੋਲ ਕਰਨਾ ਚਾਹੀਦਾ ਹੈ। ਅਸੀਂ ਸਮਝਦੇ ਹਾਂ ਵੀ 2 ਸਾਲਾਂ ਦੇ ਵਿੱਚ ਮੋਦੀ ਨੇ ਖਾਸ ਕਰਕੇ ਖੇਤੀ ਕਿੱਤੇ ਨੂੰ, ਕਿਰਤੀ ਲੋਕਾਂ ਨੂੰ ਪਹਿਲਾਂ ਦੇ ਮੁਕਾਬਲੇ ਲੋਕ ਮਾਰੂ ਨੀਤੀਆਂ ਲਾਗੂ ਕਰਕੇ ਵੱਧ ਕੰਗਾਲ ਕੀ ਖੁੰਗਲ ਕੀਤਾ ਹੈ। ਪਹਿਲਾਂ ਜਿਹੜੀ ਮਾੜੀ ਮੋਟੀ ਰਾਹਤ ਮਿਲਦੀ ਸੀ ਲੋਕਾਂ ਨੂੰ ਮਿਲਣੀ ਬੰਦ ਕੀਤੀ ਹੈ। ਜਿਵੇਂ ਉਦਾਹਰਨ ਦੇ ਤੌਰ ਤੇ ਸਾਰੇ ਕੁਝ ਨੂੰ ਆਨਲਾਈਨ ਕਰਤਾ। ਉਹ ਸਾਰੀ ਗੱਲ ਨੂੰ ਜਾਣੀ ਚਾਹੇ ਉਹ ਗੈਸ ਸਸਤੀ ਦਾ ਮਾਮਲਾ ਸੀ, ਚਾਹੇ ਕੋਈ ਆਟਾ ਦਾਲ ਸਸਤਾ ਦੇਣ ਦਾ ਮਾਮਲਾ ਸੀ, ਉਹ ਸਾਰੇ ਕੁਛ ਤੇ ਕੱਟ ਲਾਈ ਹੈ। ਛੋਟੇ ਵੀ ਜਿਹੜੇ ਮਾੜੀ ਮੋਟੀ ਰਾਹਤ ਮਿਲਦੀ ਸੀ ਉਹਦੇ ਤੇ ਵੀ ਕੱਟ ਲਾਈ ਹੈ। ਮੋਦੀ ਸਰਕਾਰ ਨੂੰ ਮੁਬਾਰਕਬਾਦ ਦਿੰਦਾ ਕਿ ਉਹਨਾਂ ਦੇ ਆਪ ਦੇ ਉੱਤੇ ਕਰਪਸ਼ਨ ਦਾ ਕੋਈ ਬਲੇਮ ਨਹੀਂ ਹੈ, ਉਹ ਇਸ ਗੱਲ ਦੇ ਵਧਾਈ ਦੇ ਪੱਤਰ ਹੈਗੇ। ਦੂਜੀ ਗੱਲ ਹੈ ਕਿ ਉਹਨਾਂ ਨੇ ਕੁਝ ਪ੍ਰਾਪਤ ਕੀਤਾ ਮੁਲਕ ਵਾਸਤੇ, ਤਾਂ ਮੇਰੇ ਮੁਤਾਬਕ ਨਾ ਉਹਨਾਂ ਦੀ ਫੋਰਨ ਪਾਲਿਸੀ ਫੇਲ ਹੈ, ਇੰਟਰਨਲ ਪਾਲਿਸੀ ਫੇਲ ਹੈ, ਔਰ ਬਲਕਿ ਉਹਨਾਂ ਨੇ ਜਿਹੜਾ ਰਾਈਟ ਟੂ ਸਪੀਚ ਹੈ ਉਹ ਤੇ ਆਮ ਲੋਕਾਂ ਤੋਂ ਕਰਟੇਲ ਕਰਤਾ ਹੈਗਾ। ਅਸੀਂ ਕਹਾਂਗੇ ਕਿ ਦੇਸ਼ ਦੇ ਵਿੱਚ ਇਹਨਾਂ ਨੇ ਚੇਂਜ ਲਿਆਂਦੀ ਹੈ। ਮੋਦੀ ਸਰਕਾਰ ਜਦੋਂ ਦੀ ਆਈ ਹੈ ਬਹੁਤ ਜ਼ਬਰਦਸਤ ਚੇਂਜ ਹੋ ਗਿਆ ਹੈ। ਪੁਰਾਣੀਆਂ ਪਾਰਟੀਆਂ ਦਾ ਬਹੁਤ ਜ਼ਿਆਦਾ ਬੇੜਾ ਗਰਕ ਹੋ ਰਿਹਾ ਹੈ। ਉਹਦੇ ਵਿੱਚ ਕੀ ਹੈਗਾ ਕਿ ਇਹਨਾਂ ਦੇ ਕੰਮ ਵੀ ਕੁਝ ਚੰਗੇ ਹੈ, ਪਰ ਇਹਦੇ ਨਾਲ ਇਹ ਹੈਗਾ ਕਿ ਅਗਰ ਇਹਨਾਂ ਦੇ ਸਬੋਰਡੀਨੇਟ ਵੀ ਇਹਨਾਂ ਨੂੰ ਹੋਰ ਸਪੋਰਟ ਕਰਨ ਤੇ ਅੱਛਾ ਰਾਜ ਚਲਾ ਸਕਦੇ। ਮੋਦੀ ਸਾਹਿਬ ਨੂੰ ਅੱਜ 2 ਸਾਲ ਪੂਰੇ ਹੋ ਗਏ ਹੈ, ਪਰ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਹੈ। ਉਹਨਾਂ ਦੇ ਕਾਫੀ ਐਪਰੀਸ਼ੀਏਸ਼ਨ ਵਾਲੇ ਕੰਮ ਕੀਤੇ ਹੈ, ਜਿਵੇਂ ਗੈਸ ਵਗੈਰਾ, ਗਰੀਬਾਂ ਦੇ ਇੰਸ਼ੋਰੈਂਸ ਪਾਲਿਸੀਜ਼, ਉਹਨਾਂ ਨੂੰ ਘਰ ਬਣਾਉਣ ਦੀ ਕੋਈ ਪ੍ਰੋਬਲਮ ਨਹੀਂ ਹੈ। ਗੈਸ ਦੀ ਜਿਹੜੀ ਸਬਸਿਡੀ ਹੈ ਉਹ ਸਿੱਧੀ ਡਾਇਰੈਕਟ ਸਾਡੇ ਅਕਾਊਂਟ 'ਚ ਆਉਂਦੀ ਹੈ, ਸਾਨੂੰ ਗੈਸ ਏਜੰਸੀਜ਼ 'ਚ ਨਹੀਂ ਜਾਣਾ ਪੈਂਦਾ। ਕਾਫੀ ਉਹਨਾਂ ਦੇ ਐਪਰੀਸ਼ੀਏਸ਼ਨ ਵਾਲੇ ਕੰਮ ਹੈ, ਲੇਕਿਨ ਕੁਝ ਕੰਮ ਉਹਨਾਂ ਦੇ ਬੜੇ ਗਲਤ ਹੈ। ਜਿਸ ਤਰ੍ਹਾਂ ਮਹਿੰਗਾਈ ਉਹਨਾਂ ਨੇ ਬਹੁਤ ਕਰ ਦਿੱਤੀ ਹੈ, ਰਸੋਈ ਦਾ ਬਜਟ ਸਾਡਾ ਸਾਰਾ ਅਪਸੈਟ ਹੋ ਗਿਆ ਹੈ। ਮੋਦੀ ਸਰਕਾਰ ਨੂੰ 2 ਸਾਲ ਹੋ ਗਏ ਨੇ। 2 ਸਾਲਾਂ ਦੇ ਵਿੱਚ ਨਾ ਕਿ ਪੈਟਰੋਲ ਦਾ ਰੇਟ ਵਧਿਆ ਤੇ ਨਾ ਹੀ ਡੀਜ਼ਲ ਦਾ ਵਧਿਆ। ਬਾਕੀ ਜਿਹੜੀ LPG ਗੈਸ ਦੀ ਹੈਗੀ ਸੀ ਉਹ ਲੋਕਾਂ ਨੂੰ ਉਹ ਫੈਸਿਲਿਟੀਆਂ ਬਹੁਤ ਵਧੀਆ ਮਿਲੀਆਂ ਨੇ ਕਿ ਲੋਕਾਂ ਨੂੰ ਲੈਣਾ ਜਾ ਕੇ ਧੱਕੇ ਖਾਣੇ ਪੈਂਦੇ ਸਨ। ਉਹ ਆਨਲਾਈਨ ਹੀ ਸਿਸਟਮ ਹੋ ਚੁੱਕਾ ਹੈ, ਜਿਹੜੇ ਘਰ ਬੈਠੇ ਬੁਕਿੰਗ ਹੋ ਜਾਂਦੀ ਹੈ, ਘਰ ਬੈਠੇ ਗੈਸ ਪਹੁੰਚ ਜਾਂਦੀ ਹੈ। ਬਾਕੀ ਛੋਟੇ ਵਰਗ ਤੋਂ ਲੈ ਕੇ ਵੱਡੇ ਵਰਗ ਤੱਕ ਜਿਹੜਾ ਕਿ ਜੀਵਨ ਬੀਮਾ ਸ਼ੁਰੂ ਕੀਤਾ ਹੈ ਉਹ ਵੀ ਬਹੁਤ ਵਧੀਆ ਇੱਕ ਪ੍ਰੋਜੈਕਟ ਹੈ। ਫਿਲਹਾਲ ਕੇਂਦਰ ਦੇ ਵਿੱਚ ਬੀਜੇਪੀ ਦੇ ਲਈ ਵਿਨ-ਵਿਨ ਸਿਚੁਏਸ਼ਨ ਹੈ, ਕਿਉਂਕਿ 5 ਥਾਵਾਂ ਤੇ ਚੋਣਾਂ ਹੋਈਆਂ ਸਨ। 4 ਥਾਵਾਂ ਤੇ ਕਾਂਗਰਸ ਵਿਧਾਨ ਸਭਾ ਚੋਣਾਂ ਦੇ ਵਿੱਚ ਵੱਡੀ ਹਾਰ ਦਾ ਸਾਹਮਣਾ ਕਰ ਚੁੱਕੀ ਹੈ। ਇਸ ਕਰਕੇ ਕਾਂਗਰਸ ਦੇ ਕੋਲ ਕੋਈ ਵੱਡਾ ਮੁੱਦਾ ਚੁੱਕਣ ਦੇ ਲਈ ਨਹੀਂ ਹੈ। ਪਰ ਅਗਲਾ ਸਾਲ ਕਾਫੀ ਮਹੱਤਵਪੂਰਨ ਰਹਿਣ ਵਾਲਾ ਹੈ। ਅਗਲੇ 2 ਸਾਲ ਬਲਕਿ ਕਾਫੀ ਮਹੱਤਵਪੂਰਨ ਨੇ। ਉੱਤਰ ਪ੍ਰਦੇਸ਼ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ, ਉੱਤਰਾਖੰਡ ਦੇ ਵਿੱਚ, ਗੁਜਰਾਤ ਦੇ ਵਿੱਚ, ਪੰਜਾਬ ਦੇ ਵਿੱਚ, ਕਰਨਾਟਕ ਦੇ ਵਿੱਚ
ਕਾਫੀ ਮਹੱਤਵਪੂਰਨ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਨੇ। ਇਸ ਕਰਕੇ ਸਾਰੀਆਂ ਪਾਰਟੀਆਂ ਨੂੰ, ਕਾਂਗਰਸ, ਲੈਫਟਿਸਟ, ਬੀਜੇਪੀ, ਸਾਰਿਆਂ ਨੂੰ ਸੋਚ ਸਮਝ ਕੇ ਆਪਣੀ ਰਣਨੀਤੀ ਬਣਾਉਣੀ ਹੋਵੇਗੀ ਅਤੇ ਨਾਲ ਹੀ ਬੀਜੇਪੀ ਦੀ ਕੇਂਦਰ ਸਰਕਾਰ ਨੂੰ ਸੋਚ ਸਮਝ ਕੇ 2 ਸਾਲ ਦਾ ਪ੍ਰੋਜੈਕਸ਼ਨ ਕਰਨਾ ਹੋਵੇਗਾ। ਫਿਲਹਾਲ ਕੁਦਰਤ ਮਿਹਰਬਾਨ ਹੈ, ਮੈਂ ਇਸ ਕੁਦਰਤ ਦਾ ਨਜ਼ਾਰਾ ਜਿਹੜਾ ਹੈ ਉਸ ਦਾ ਆਨੰਦ ਮਾਣਨ ਦੇ ਲਈ ਜਾ ਰਿਹਾ ਹਾਂ। ਪੋਲੀਟੀਕਲ ਅਪਡੇਟਸ ਦੇ ਲਈ ਤੁਸੀਂ PTC ਨਿਊਜ਼ ਵੇਖਦੇ ਰਹੋ। ਫਿਲਹਾਲ ਮੇਰੇ ਵੀਡੀਓ ਜਰਨਲਿਸਟ ਕਮਲ ਚੌਹਾਨ ਅਤੇ ਮੈਨੂੰ ਗੁਰਮੀਤ ਨੂੰ ਦਿਓ ਇਜਾਜ਼ਤ।